बहुत बहुत स्वागत है तुहाडा। ये है द नवजोत ढिल्लोंवाल ते चिट्ठियां अणलिखियां दा एक होर नवां एपीसोड लैके मैं हाज़र हो गई हाँ। मेरे वालों यानी नवजोत वालों तुहाडा सारिਆਂ ਦਾ बहुत बहुत जी आया ਨੂੰ। चिट्ठियां अणलिखियां ਨੂੰ ਤੁਸੀਂ बहुत वधिया ਹੁੰਗਾਰਾ ਦੇ ਰਹੇ ਹੋ। हर वार मैं ਤੁਹਾਨੂੰ ਇਹ ਕਹਿੰਦੀ ਹਾਂ कि ये बहुत एक महत्वपूर्ण चीज़ है, इंपॉर्टेंट चीज़ है मेरे लिए। ਜਦੋਂ मैं ये मेरे मन ਦੇ ਵਿੱਚ ਖਿਆਲ ਆਇਆ कि चिट्ठियां अणलिखियां ਦਾ एक सिलसिला शुरू ਕੀਤਾ ਜਾਵੇ। ਜਿਵੇਂ ਇਸ ਪਲੈਟਫਾਰਮ ਦੀ ਮੈਂ ਹਰ ਵਾਰੀ ਗੱਲ ਦੱਸਦੀ ਹਾਂ ਕਿ ਦ ਨਵਜੋਤ ਢਿੱਲੋਂਵਾਲ ਕੁਝ ਖਿਆਲ ਕੁਝ ਸਵਾਲ, ਇਹਦਾ ਮਕਸਦ ਕੀ ਹੈ ਕਿ ਸਾਡੇ ਅੰਦਰ ਬਹੁਤ ਸਾਰੇ ਇਹੋ ਜਿਹੇ ਸਵਾਲ ਨੇ, ਬਹੁਤ ਸਾਰੇ ਇਹੋ ਜਿਹੇ ਖਿਆਲ ਨੇ ਜਿਨ੍ਹਾਂ ਦਾ ਇਜ਼ਹਾਰ ਹੋਣਾ ਜ਼ਰੂਰੀ ਹੈ। ਅਤੇ ਉਸੇ ਦੇ ਤਹਿਤ ਹੀ ਇਹ ਚਿੱਠੀਆਂ ਅਣਲਿਖੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਜਿਹੜੇ ਸਾਡੇ ਸੁਣਨ ਵਾਲੇ ਨੇ ਜਾਂ ਮੈਨੂੰ ਜਾਣਨ ਵਾਲੇ ਨੇ ਜਾਂ ਜਿਨ੍ਹਾਂ ਨੇ ਇਸ ਸਿਲਸਿਲੇ ਨੂੰ ਦੇਖਣਾ ਸ਼ੁਰੂ ਕੀਤਾ, ਸੁਣਨਾ ਸ਼ੁਰੂ ਕੀਤਾ, ਪਹਿਲਾਂ ਥੋੜ੍ਹਾ ਇਸ ਗੱਲ 'ਤੇ ਸਵਾਲ ਉਠਾ ਰਹੇ ਸੀ ਕਿ ਇਸ ਜ਼ਮਾਨੇ ਦੇ ਵਿੱਚ ਚਿੱਠੀ ਦਾ ਕੀ ਕੰਮ, ਚਿੱਠੀ ਦੀ ਕੀ ਜ਼ਰੂਰਤ ਹੈ ਜਦੋਂ ਇੰਨੀ ਕਮਿਊਨੀਕੇਸ਼ਨ ਫਾਸਟ ਹੈ, ਇੰਨੇ ਜ਼ਿਆਦਾ ਮੋਡਸ ਫਾਸਟ ਨੇ ਕਮਿਊਨੀਕੇਸ਼ਨ ਦੇ। ਪਰ ਸੱਚੀ ਗੱਲ ਇਹ ਹੈ ਜਿੰਨਾ ਮਰਜ਼ੀ ਸਾਡੇ ਕਮਿਊਨੀਕੇਸ਼ਨ ਦੇ ਮੋਡਸ ਫਾਸਟ ਹੋ ਗਏ ਨੇ, ਸਾਨੂੰ ਇਸ ਵੇਲੇ ਠਹਿਰਾਅ ਦੀ ਜ਼ਰੂਰਤ ਹੈ। ਸਾਨੂੰ ਠਹਿਰ ਕੇ, ਰੁਕ ਕੇ ਸੋਚਣ ਦੀ, ਮਹਿਸੂਸ ਕਰਨ ਦੀ ਜ਼ਰੂਰਤ ਹੈ। ਅਤੇ ਚਿੱਠੀ ਇੱਕ ਇਹੋ ਜਿਹਾ ਜ਼ਰੀਆ ਬਣਦੀ ਹੈ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨਾ। ਜਦੋਂ ਅਸੀਂ ਚਿੱਠੀ ਲਿਖਣ ਬੈਠਦੇ ਹਾਂ, ਉਹ ਸਾਡੇ ਅੰਦਰ ਇੱਕ ਠਹਿਰਾਅ ਆਉਂਦਾ ਅਤੇ ਉਸ ਠਹਿਰਾਅ ਦੇ ਵਿੱਚੋਂ ਸਾਡੀਆਂ ਭਾਵਨਾਵਾਂ ਨਿਕਲਦੀਆਂ ਨੇ, ਸਾਡੇ ਦਿਲ ਦੀਆਂ ਗੱਲਾਂ ਨਿਕਲਦੀਆਂ ਨੇ। ਇਸ ਕਰਕੇ ਚਿੱਠੀ ਦੀ ਅੱਜ ਵੀ ਅਹਿਮੀਅਤ ਹੈ ਉਹਨਾਂ ਲਈ ਜਿਹੜੇ ਲਿਖਦੇ ਨੇ, ਜਿਹੜੇ ਸੁਣਨਾ ਚਾਹੁੰਦੇ ਨੇ। ਖੈਰ, ਇਹ ਤਾਂ ਸਿਲਸਿਲਾ ਹੈ ਚਿੱਠੀਆਂ ਅਣਲਿਖੀਆਂ ਦਾ। ਜਿਸ ਜ਼ਮਾਨੇ ਦੇ ਵਿੱਚ ਚਿੱਠੀ ਦੀ ਬਹੁਤ ਅਹਿਮੀਅਤ ਸਮਝੀ ਜਾਂਦੀ ਹੁੰਦੀ ਸੀ, ਉਸ ਜ਼ਮਾਨੇ ਦਾ ਇੱਕ ਗੀਤ ਹੈ ਜਿਹਦਾ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ। ਦੇਵ ਥਰੀਕੇ ਵਾਲੇ ਨੇ ਉਹ ਗੀਤ ਲਿਖਿਆ ਸੀ ਅਤੇ ਉਹਨੂੰ ਆਵਾਜ਼ ਦਿੱਤੀ ਸੀ ਕੁਲਦੀਪ ਮਾਣਕ ਹੋਣਾ ਨੇ। ਅੱਜ ਵੀ ਜੇ ਤੁਹਾਨੂੰ ਮੌਕਾ ਮਿਲੇ ਕਿਤੇ ਉਸ ਗੀਤ ਨੂੰ ਤੁਸੀਂ ਸੁਣਿਓ, ਤੁਹਾਨੂੰ ਪਤਾ ਲੱਗੇਗਾ ਕਿ ਅਸਲ 'ਚ ਚਿੱਠੀ ਦੀ ਕੀ ਅਹਿਮੀਅਤ ਸੀ। ਖਾਸ ਕਰਕੇ ਨਵੀਂ ਪੀੜ੍ਹੀ ਜਿਨ੍ਹਾਂ ਨੂੰ ਚਿੱਠੀਆਂ ਬਾਰੇ ਪਤਾ ਹੀ ਕੁਝ ਨਹੀਂ, ਜਿਹੜੇ ਸੋਚਦੇ ਨੇ ਕਿ ਸ਼ਾਇਦ ਸਰਕਾਰੀ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ ਉਹੀ ਚਿੱਠੀਆਂ ਹੁੰਦੀਆਂ ਨੇ। ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਚਿੱਠੀਆਂ ਦੀ ਸੱਚੀ ਮੁੱਚੀ ਕਿੰਨੀ ਅਹਿਮੀਅਤ ਹੁੰਦੀ ਸੀ। ਉਹ ਗੀਤ ਜਿਹਦਾ ਮੈਂ ਜ਼ਿਕਰ ਕੀਤਾ, ਗੀਤ ਤਾਂ ਅਸਲ ਦੇ ਵਿੱਚ ਜੇ ਗਾ ਕੇ ਪੇਸ਼ ਕੀਤੇ ਜਾਣ, ਗਾ ਕੇ ਸੁਣਾਏ ਜਾਣ ਤਾਂ ਗੱਲ ਬਣਦੀ ਆ। ਖੈਰ, ਮੈਂ ਕਿਉਂਕਿ ਐਪੀਸੋਡ ਨੂੰ ਲੰਬਾ ਨਹੀਂ ਕਰਨਾ ਚਾਹੁੰਦੀ, ਇਸ ਕਰਕੇ ਤੁਹਾਡੇ ਲਈ ਗੀਤ ਪਲੇਅ ਨਹੀਂ ਕਰੂੰਗੀ। ਉਹਦਾ ਥੋੜ੍ਹਾ ਜਿਹਾ ਹਿੱਸਾ ਤੁਹਾਡੇ ਨਾਲ ਮੈਂ ਸਾਂਝਾ ਕਰ ਰਹੀ ਹਾਂ। ਉਹਦੇ ਗੀਤ ਦੇ ਬੋਲ ਨੇ, ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ। ਜਦੋਂ ਇਹ ਸਿਰਫ ਆਪਾਂ ਬੋਲ ਸੁਣਦੇ ਹਾਂ, ਪਹਿਲੀ ਲਾਈਨ ਸੁਣਦੇ ਹਾਂ, ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕੁਝ ਇਹੋ ਜਿਹੀਆਂ ਚਿੱਠੀਆਂ ਦਾ ਜ਼ਿਕਰ ਹੋਣ ਜਾ ਰਿਹਾ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਰੋਮਾਂਸ ਦੀ ਗੱਲਬਾਤ ਹੋਏਗੀ। ਪਰ ਇਸ ਤਰ੍ਹਾਂ ਦੀ ਬਿਲਕੁਲ ਗੱਲ ਨਹੀਂ ਹੈ। ਇਹ ਪੂਰੇ ਦਾ ਪੂਰਾ ਗੀਤ ਹੀ ਡੈਡੀਕੇਟ ਕੀਤਾ ਗਿਆ ਚਿੱਠੀਆਂ ਦੀ ਮਹੱਤਤਾ ਨੂੰ। ਗੌਰ ਨਾਲ ਸੁਣਿਓ ਇਹ ਬੋਲ। ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਮਿਰਜ਼ੇ ਨੇ ਪੜ੍ਹ ਚਿੱਠੀਆਂ ਚੁੰਮ ਕੇ ਕਾਲਜੇ ਲਾਈਆਂ। ਯਾਰ ਵਿਛੜੇ ਮਿਲਾਉਂਦੀਆਂ ਚਿੱਠੀਆਂ, ਦੁੱਖ ਯਾਰਾਂ ਦੇ ਵੰਡਾਉਂਦੀਆਂ ਚਿੱਠੀਆਂ, ਦਿਲ ਓਦਰੇ ਦਾ ਲਾਉਂਦੀਆਂ ਚਿੱਠੀਆਂ। ਚਿੱਠੀ ਵਾਲੀ ਗੱਲਬਾਤ ਹੁੰਦੀ ਅੱਧੀ ਮੁਲਾਕਾਤ, ਪੜ੍ਹ ਚਿੱਠੀ ਤਾਈਂ ਮੁੱਕਣ ਜੁਦਾਈਆਂ। ਅੱਗੇ ਲਿਖਿਆ ਇਹਨਾਂ ਨੇ, ਕਹਿੰਦੇ ਭਾਵੇਂ ਚਿੱਠੀ ਭਾਵੇਂ ਨਾ ਜ਼ੁਬਾਨ ਵਿੱਚੋਂ ਬੋਲਦੀ, ਬਹੁਤ ਖੂਬਸੂਰਤ ਗੀਤ ਹੈ। ਚਿੱਠੀ ਭਾਵੇਂ ਨਾ ਜ਼ੁਬਾਨ ਵਿੱਚੋਂ ਬੋਲਦੀ, ਲੱਖਾਂ ਕੋਹਾਂ 'ਤੇ ਵੀ ਜਾ ਕੇ ਦੁੱਖ ਫੋਲਦੀ, ਮਹਿਕ ਸੀਨੇ 'ਚੋਂ ਮੁਹੱਬਤਾਂ ਦੀ ਬੋਲਦੀ, ਮਿੱਠੇ ਸਾਹਾਂ ਦੀ ਸੁਗੰਧ ਹੁੰਦੀ ਅੱਖਰਾਂ 'ਚ ਬੰਦ। ਗੱਲਾਂ ਖਾਰੀਆਂ ਨੇ ਖੋਲ੍ਹ ਸੁਣਾਈਆਂ, ਬੰਦ ਕਰਕੇ ਲਿਫਾਫੇ ਵਿੱਚ ਤਾਰ ਨੂੰ, ਕੱਲ੍ਹ ਭੇਜਿਆ ਸੁਨੇਹਾ ਦਿਲਦਾਰ ਨੂੰ, ਖਤ ਲਿਖਿਆ ਸੁਨੱਖੇ ਸੋਹਣੇ ਯਾਰ ਨੂੰ। ਭਿੱਜੇ ਰੋਂਦਿਆਂ ਦੇ ਨੈਣ, ਬੁੱਲ ਨਾਂ ਤੇਰਾ ਲੈਣ। ਇਹ ਜਦੋਂ ਚਿੱਠੀ ਲਿਖਣ ਵਾਲੀ ਜਿਹੜੀ ਹਾਲਤ ਹੁੰਦੀ ਸੀ, ਸਿਚੁਏਸ਼ਨ ਹੁੰਦੀ ਸੀ, ਸਟੇਜ ਹੁੰਦੀ ਸੀ ਜਦੋਂ ਚਿੱਠੀ ਲਿਖੀ ਜਾਂਦੀ ਸੀ, ਉਹਦਾ ਬਿਆਨ ਕੀਤਾ। ਭਿੱਜੇ ਰੋਂਦਿਆਂ ਦੇ ਨੈਣ, ਬੁੱਲ ਨਾਂ ਤੇਰਾ ਲੈਣ, ਬਿਨਾਂ ਬੱਦਲਾਂ ਤੋਂ ਝੜੀਆਂ ਲਾਈਆਂ। ਅਖੀਰ 'ਚ ਲਿਖਿਆ, ਗੱਲਾਂ ਝੂਠ ਨਾ ਤਰੀਕੇ ਵਾਲਾ ਮਾਰਦਾ, ਖਤ ਪੜ੍ਹ ਕੇ ਸੁਨੱਖੇ ਸੋਹਣੇ ਯਾਰ ਦਾ, ਅੱਧਾ ਦੁੱਖ ਟੁੱਟ ਜਾਂਦਾ ਏ ਬਿਮਾਰ ਦਾ। ਚਿੱਠੀ ਅੱਖਰਾਂ ਦੇ ਨਾਲ ਦੱਸੇ ਸਾਰਾ ਹਾਲ ਚਾਲ, ਰਾਤਾਂ ਤਾਰਿਆਂ ਦੇ ਨਾਲ ਲੰਘਾਈਆਂ। ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਮਿਰਜ਼ੇ ਨੇ ਪੜ੍ਹ ਚਿੱਠੀਆਂ ਚੁੰਮ ਕੇ ਕਾਲਜੇ ਲਾਈਆਂ। ਚਿੱਠੀਆਂ ਦੀ ਮਹੱਤਤਾ ਬਾਰੇ ਮੈਨੂੰ ਲੱਗਦਾ ਕਿ
ਇਸ ਤੋਂ ਬਿਹਤਰ ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਉਹਨਾਂ ਦਾ ਸ਼ੁਕਰੀਆ, ਅਤੇ ਜਿਨ੍ਹਾਂ ਦੀਆਂ ਚਿੱਠੀਆਂ ਅਣਲਿਖੀਆਂ ਦਾ ਮੈਂ ਹਾਲੇ ਤੱਕ ਇੰਤਜ਼ਾਰ ਕਰ ਰਹੀ ਹਾਂ, ਮੈਂ ਉਹਨਾਂ ਨੂੰ ਇੰਨਾ ਕਹਾਂਗੀ ਕਿ ਹੈਜ਼ੀਟੇਟ ਨਾ ਕਰੋ। ਇੱਕ ਜ਼ਮਾਨਾ ਹੁੰਦਾ ਸੀ ਜਿਸ ਵੇਲੇ ਚਿੱਠੀਆਂ ਲਿਖਵਾਈਆਂ ਵੀ ਜਾਂਦੀਆਂ ਹੁੰਦੀਆਂ ਸੀ। ਮੈਂ ਵੀ ਤੁਹਾਡੇ ਕੋਲ ਚਿੱਠੀਆਂ ਹੀ ਲਿਖਵਾ ਰਹੀ ਹਾਂ। ਅਤੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਝਿਜਕ ਹੈ ਚਿੱਠੀ ਲਿਖਣ ਦੇ ਵਿੱਚ, ਕਿਸੇ ਹੋਰ ਨੂੰ ਆਪਣੇ ਆਲੇ ਦੁਆਲੇ ਦੇਖੋ ਜਿਹੜਾ ਤੁਹਾਡੇ ਲਈ 2 ਬੋਲ ਲਿਖ ਸਕਦਾ ਹੋਵੇ, ਚਿੱਠੀ ਲਿਖ ਸਕਦਾ ਹੋਵੇ। ਇਸ ਕਰਕੇ ਚਿੱਠੀ ਜ਼ਰੂਰ ਲਿਖਣੀ। ਖੈਰ, ਅੱਜ ਜਿਹੜਾ ਚਿੱਠੀਆਂ ਦਾ ਸਿਲਸਿਲਾ ਉਹਦੇ ਵਿੱਚ ਮੈਂ ਤੁਹਾਡੇ ਲਈ 2 ਚਿੱਠੀਆਂ ਲੈ ਕੇ ਆਈ ਹਾਂ। ਬਹੁਤ ਪਿਆਰੀਆਂ ਚਿੱਠੀਆਂ ਨੇ ਦੋਨੋਂ, ਪਰ ਜਿਹੜੇ ਸਬਜੈਕਟ ਨੇ ਬਿਲਕੁਲ ਅਲੱਗ-ਅਲੱਗ ਨੇ। ਅਤੇ ਆਓ ਫਿਰ ਸਿਲਸਿਲਾ ਸ਼ੁਰੂ ਕਰਦੇ ਹਾਂ ਚਿੱਠੀਆਂ ਅਣਲਿਖੀਆਂ ਦਾ। ਪਿਛਲੇ ਹਫ਼ਤੇ ਮੈਂ ਜ਼ਿਕਰ ਕੀਤਾ ਸੀ ਕਿ ਮੇਰੇ ਕੋਲ ਇੱਕ ਬੜੀ ਪਿਆਰੀ ਚਿੱਠੀ ਆਈ ਹੈ ਜਿਹੜੀ ਪੰਜਾਬੀ ਦੇ ਕਿਸੇ ਪ੍ਰਸਿੱਧ ਗੀਤਕਾਰ ਦੇ ਨਾਮ ਉਸ ਦੀ ਕਿਸੇ ਸਮੇਂ ਮਹਿਬੂਬਾ ਰਹੀ ਕੁੜੀ ਵੱਲੋਂ ਲਿਖੀ ਗਈ ਹੈ। ਉਹ ਚਿੱਠੀ ਇਸ ਵੇਲੇ ਮੇਰੇ ਹੱਥਾਂ ਦੇ ਵਿੱਚ ਹੈ। ਮੈਂ ਇੱਕ ਗੁਜ਼ਾਰਿਸ਼ ਹੋਰ ਕਰਨੀ ਹੈ ਕਿ ਜੇ ਤੁਸੀਂ ਪਿਛਲੇ ਐਪੀਸੋਡਸ ਨਹੀਂ ਦੇਖੇ ਚਿੱਠੀਆਂ ਅਣਲਿਖੀਆਂ ਦੇ, ਉਹ ਵੀ ਐਪੀਸੋਡਸ ਜ਼ਰੂਰ ਦੇਖੋ, ਕਿਉਂਕਿ ਬਹੁਤ ਸਾਰੇ ਐਪੀਸੋਡਸ ਦੇ ਵਿੱਚ ਕਈ ਚਿੱਠੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਕਨੈਕਸ਼ਨ ਜੁੜਿਆ ਹੋਇਆ। ਇਸੇ ਕਰਕੇ ਇਹ ਗੱਲ ਚੰਗੀ ਲੱਗ ਰਹੀ ਹੈ ਕਿ ਜਦੋਂ ਇੱਕ ਵਾਰ ਚਿੱਠੀ ਲਿਖੀ ਜਾ ਰਹੀ ਹੈ, ਜਿਹੜੇ ਸੁਣਨ ਵਾਲੇ ਨੇ ਜਾਂ ਜਿਨ੍ਹਾਂ ਦੇ ਲਈ ਚਿੱਠੀ ਲਿਖੀ ਜਾ ਰਹੀ ਹੈ, ਉਹ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਅਗਲੇ ਐਪੀਸੋਡ ਦੇ ਵਿੱਚ ਹੋ ਸਕਦਾ ਇਸ ਚਿੱਠੀ ਦਾ ਜਵਾਬ ਆ ਜਾਵੇ। ਹੋ ਸਕਦਾ ਅਗਲੇ ਐਪੀਸੋਡ ਦੇ ਵਿੱਚ ਕੋਈ ਚਿੱਠੀ ਸਾਡੇ ਲਈ ਆ ਜਾਵੇ। ਸੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਤੁਸੀਂ ਜਿਹੜੇ ਪਿਛਲੇ ਐਪੀਸੋਡਸ ਨੇ ਉਹਨਾਂ ਨੂੰ ਵੀ ਜ਼ਰੂਰ ਦੇਖਿਓ। ਅੱਜ ਇਸ ਐਪੀਸੋਡ ਦੀ ਪਹਿਲੀ ਚਿੱਠੀ ਜਿਨ੍ਹਾਂ ਨੇ ਲਿਖਿਆ ਉਹਨਾਂ ਦਾ ਰੈਫਰੈਂਸ ਮੈਂ ਤੁਹਾਡੇ ਲਈ ਪੜ੍ਹ ਰਹੀ ਹਾਂ। ਕਹਿੰਦੇ, ਨਵਜੋਤ ਜੀ, ਮੈਂ ਆਪਣੀ ਉਮਰ ਦੇ 40ਵੇਂ ਵਰ੍ਹਿਆਂ ਵਿੱਚ ਹਾਂ। ਮੈਂ ਅਲੜ ਉਮਰ ਵਿੱਚ ਕਿਸੇ ਨੂੰ ਪਿਆਰ ਕੀਤਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਜੀਣਾ ਜਾਂ ਮਰਨਾ ਬਸ ਉਹਦੇ ਨਾਲ, ਪਰ ਇਸ ਤਰ੍ਹਾਂ ਹੋ ਨਾ ਸਕਿਆ। ਉਹ ਵਿਅਕਤੀ ਅੱਜ ਕੱਲ੍ਹ ਪੰਜਾਬੀ ਦਾ ਇੱਕ ਪ੍ਰਸਿੱਧ ਗੀਤਕਾਰ ਹੈ ਅਤੇ ਇਹ ਚਿੱਠੀ ਮੈਂ ਉਸ ਲਈ ਲਿਖ ਰਹੀ ਹਾਂ। ਸੋ ਇਹ ਇੱਕ ਔਰਤ ਹੈ ਜਿਹੜੀ ਆਪਣੀ ਉਮਰ ਦੇ 40ਵੇਂ ਵਰ੍ਹਿਆਂ ਦੇ ਵਿੱਚ ਹੈ। ਕੀ ਲਿਖਿਆ ਉਸਨੇ? ਕਹਿੰਦੇ, ਪਿਆਰੇ, ਕਿੰਨੇ ਵਰ੍ਹੇ ਹੋ ਗਏ ਆਪਾਂ ਨੂੰ ਮਿਲਿਆ, ਪਹਿਲੀ ਵਾਰੀ ਵੀ ਅਤੇ ਆਖਰੀ ਵਾਰੀ ਵੀ। ਪਿਆਰ ਦੇ ਹਿਸਾਬ ਕਿਤਾਬ ਵਿੱਚ ਪੈਂਦੀ ਹਾਂ ਤਾਂ ਕੁਝ ਹਾਸਲ ਨਹੀਂ ਹੁੰਦਾ। ਲੈ ਦੇ ਕੇ ਸਿਰਫ 0 ਹੀ ਪੱਲੇ ਰਹਿ ਜਾਂਦੀ ਹੈ। ਤੈਨੂੰ ਵੀ ਪਤਾ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਕਿ ਮੈਂ ਜੀਣਾ ਜਾਂ ਮਰਨਾ ਸਿਰਫ ਤੇਰੇ ਨਾਲ ਹੈ, ਪਰ ਲੱਗਣ ਤੇ ਹੋਣ 'ਚ ਫਰਕ ਹੁੰਦਾ। ਦੇਖ ਲੈ, ਨਾ ਮੈਂ ਮਰੀ ਤੇਰੇ ਤੋਂ ਬਿਨਾਂ ਤੇ ਨਾ ਤੂੰ ਮਰਿਆ ਮੇਰੇ ਤੋਂ ਬਿਨਾਂ। ਆਪਾਂ ਜੀ ਤਾਂ ਰਹੇ ਹਾਂ, ਹਾਂ ਜੀ ਭਰ ਕੇ ਜੀ ਰਹੇ ਹਾਂ। ਮੈਂ ਆਪਣੇ ਮਾਪਿਆਂ ਨੂੰ ਵਿਸ਼ਵਾਸ 'ਚ ਨਾ ਲੈ ਸਕੀ, ਜਾਂ ਕਹਿ ਲਓ ਪਿਓ ਦੀ ਪੱਗ ਦੀ ਲਾਜ ਰੱਖਣ ਦੇ ਤਰਲਿਆਂ ਅੱਗੇ ਮੈਂ ਹਾਰ ਗਈ। ਆਪਣੇ ਰਾਹ ਤੇ ਮੰਜ਼ਿਲ ਵੱਖ ਹੋ ਗਏ। ਮੈਂ ਤਾਂ ਘਰ ਗ੍ਰਸਤੀ ਵਿੱਚ ਗੁਆਚ ਗਈ ਅਤੇ ਮੈਨੂੰ ਪਤਾ ਲੱਗਾ ਕਿ ਤੂੰ ਤੱਤੇ ਤੱਤੇ ਘਾਹ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਤੇਰੇ ਸ਼ੁਰੂ ਦੇ 2-4 ਗੀਤ ਆਏ ਜਿਨ੍ਹਾਂ 'ਚ ਪਿਆਰ ਭਰੀਆਂ ਯਾਦਾਂ ਤੇ ਉਦਾਸੀ ਦੀ ਗੱਲ ਸੀ। ਮੈਂ ਸੁਣ ਕੇ ਬਹੁਤ ਗਿਲਟ ਜਿਹਾ ਮਹਿਸੂਸ ਕਰਨਾ, ਮੈਨੂੰ ਲੱਗਣਾ ਕਿ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ। ਅਤੇ ਸਾਲ ਕੁ ਬਾਅਦ ਤੇਰਾ ਵੀ ਵਿਆਹ ਹੋ ਗਿਆ। ਮੈਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਤੂੰ ਤੇ ਤੇਰੀ ਵਾਈਫ ਬਹੁਤ ਖੁਸ਼ ਹੋ ਆਪਸ ਵਿੱਚ। ਮੈਂ ਵੀ ਤੇਰੇ ਲਈ ਖੁਸ਼ ਸਾਂ। ਮੇਰੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦ ਤੇਰੇ ਉਹ ਗੀਤ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਨੂੰ ਤੂੰ ਬੇਵਫਾ, ਧੋਖਾ ਦੇਣੀਏ, ਝੂਠੀਏ, ਵੈਰ ਨੇ ਵਰਗੇ ਸ਼ਬਦਾਂ ਦੇ ਨਾਲ ਪਰੋਇਆ ਹੁੰਦਾ ਸੀ। ਤੇਰੇ ਗੀਤਾਂ ਦੇ ਵਿੱਚ ਦਰਦ ਜ਼ਰੂਰ ਹੁੰਦਾ ਸੀ, ਪਰ ਸੱਚ ਜਾਣੀ ਜਿਹੜਾ ਮੇਰਾ ਕਿਰਦਾਰ ਤੂੰ ਇਹਨਾਂ ਗੀਤਾਂ ਵਿੱਚ ਪੇਸ਼ ਕਰਦਾ ਰਿਹਾ, ਉਹ ਸੁਣ ਕੇ, ਦੇਖ ਕੇ ਮੈਨੂੰ ਉਹ ਜਿਹੜੀ ਪਹਿਲਾਂ ਗਿਲਟ ਜਿਹੀ ਦੀ ਭਾਵਨਾ ਆਉਂਦੀ ਸੀ, ਉਹ ਇੱਕਦਮ ਕਿਧਰੇ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਜਦ ਵੀ ਇਹ ਗੀਤ ਕਦੀ ਮੇਰੇ ਕੰਨੀ ਪੈਂਦੇ, ਹਰ ਵਾਰ ਮੇਰਾ ਵਿਸ਼ਵਾਸ ਹੋਰ ਪੱਕਾ ਹੁੰਦਾ ਗਿਆ ਕਿ ਤੂੰ ਮੈਨੂੰ ਪਿਆਰ ਹੀ ਨਹੀਂ ਕਰਦਾ ਸੀ। ਮੈਨੂੰ ਸਿਰਫ ਹਾਸਲ ਕਰਨਾ ਚਾਹੁੰਦਾ ਸੀ, ਕਬਜ਼ਾ ਕਰਨਾ ਚਾਹੁੰਦਾ ਸੀ, ਤੇ ਵਿਆਹ ਵੀ ਤਾਂ ਉਸੇ ਦਾ ਹੀ ਸਾਧਨ ਬਣਨਾ ਸੀ। ਅੱਗੋਂ ਇਹਨਾਂ ਨੇ ਲਿਖਿਆ
ਕਹਿੰਦੇ ਮੇਰੇ ਪਿਆਰੇ, ਇਹ ਧੋਖਾ, ਬੇਵਫਾ, ਝੂਠ, ਫਰੇਬ, ਇਹ ਵੀ ਓਨੇ ਹੀ ਡੂੰਘੇ ਅਰਥਾਂ ਵਾਲੇ ਸ਼ਬਦ ਨੇ ਜਿੰਨੇ ਡੂੰਘੇ ਅਰਥਾਂ ਵਾਲੇ ਪਿਆਰ, ਮੁਹੱਬਤ ਜਾਂ ਇਸ਼ਕ ਹੁੰਦੇ ਨੇ। ਅਫਸੋਸ ਕਿ ਤੂੰ ਇਹਨਾਂ ਸਭ ਸ਼ਬਦਾਂ ਦੀ ਵਰਤੋਂ ਆਪਣੇ ਗੀਤਾਂ 'ਚ ਇੰਨੇ ਨੀਵੇਂ ਪੱਧਰ 'ਤੇ ਅਤੇ ਹਲਕੇ ਘਟੀਆ ਢੰਗ ਦੇ ਨਾਲ ਕੀਤੀ। ਪਰ ਹਾਂ, ਤੂੰ ਇਹਨਾਂ ਪੋਜ਼ੀਟਿਵ ਨੈਗੇਟਿਵ ਸ਼ਬਦਾਂ ਦੀ ਖੇਡ ਤੋਂ ਪੈਸਾ ਤੇ ਪ੍ਰਸਿੱਧੀ ਤਾਂ ਬਹੁਤ ਖੱਟ ਲਈ। ਮੇਰੇ ਲਈ ਤਾਨਿਆਂ ਮਿਹਣਿਆਂ ਭਰੇ ਗੀਤ ਤੂੰ ਖੂਬ ਵੇਚੇ ਤੇ ਇੰਟਰਵਿਊਜ਼ ਦੇ ਵਿੱਚ ਇਹ ਕਹਿੰਦਾ ਰਿਹਾ ਕਿ ਜੀ ਵਿਕਦਾ ਹੀ ਇਹ ਸਭ ਕੁਝ ਹੈ। ਤੇ ਹਰ ਨਵੇਂ ਗੀਤ ਨੂੰ ਲਿਖਣ ਵੇਲੇ ਤੂੰ ਸਿਆਹੀ ਵਿੱਚ ਹਰ ਵਾਰ ਹੋਰ ਜ਼ਹਿਰ ਘੋਲ ਦਿੰਦਾ। ਅੱਗੋਂ ਲਿਖਿਆ ਇਹਨਾਂ ਨੇ, ਕਹਿੰਦੇ ਇੰਨੀ ਪ੍ਰਸਿੱਧੀ ਲਈ ਤੈਨੂੰ ਮੈਂ ਬਹੁਤ ਸਮੇਂ ਤੋਂ ਮੁਬਾਰਕਾਂ ਦੇਣਾ ਚਾਹੁੰਦੀ ਸਾਂ, ਪਰ ਮੌਕਾ ਨਾ ਮਿਲਿਆ। ਤੇਰੇ ਲਈ ਕਈ ਚਿੱਠੀਆਂ ਲਿਖ ਕੇ ਪਾੜਦੀ ਰਹੀ। ਅੱਜ ਫਿਰ ਦਿਲ ਕੀਤਾ ਕਿ ਤੇਰੇ ਆਪਣੇ ਭਲੇ ਲਈ ਜ਼ਰੂਰ ਕੁਝ ਲਿਖਾਂ, ਸੋ ਲਿਖ ਰਹੀ ਹਾਂ। ਦੇਖ, ਮੈਂ ਤੈਨੂੰ ਕੁਝ ਕਹਿਣ ਵਾਲੀ ਤਾਂ ਕੁਝ ਵੀ ਨਹੀਂ ਲੱਗਦੀ, ਫਿਰ ਵੀ ਕਹਿ ਰਹੀ ਹਾਂ ਕਿ ਦੇਖ, ਆਪਾਂ ਹੁਣ ਸਿਆਣੇ ਹੋ ਗਏ ਹਾਂ। ਤੇਰੀਆਂ ਦੋਵੇਂ ਧੀਆਂ ਜਵਾਨ ਹੋ ਗਈਆਂ ਨੇ। ਤੂੰ ਬਹੁਤ ਪਿਆਰ ਕਰਦਾ ਉਹਨਾਂ ਨੂੰ। ਆਪਣੀਆਂ ਧੀਆਂ ਨੂੰ ਵੀ ਪਿਆਰ, ਮੁਹੱਬਤ, ਧੋਖਾ, ਫਰੇਬ, ਝੂਠ ਵਰਗੇ ਸ਼ਬਦਾਂ ਦੇ ਉਹੀ ਅਰਥ ਨਾ ਸਮਝਾਈ, ਉਹੀ ਪਰਿਭਾਸ਼ਾ ਨਾ ਰੱਖੀ ਇਹਨਾਂ ਸ਼ਬਦਾਂ ਦੀ ਜਿਹੜੀ ਤੂੰ ਗੀਤ ਲਿਖਦੇ ਸਮੇਂ ਮੇਰੇ ਲਈ ਰੱਖੀ ਸੀ। ਨਵੇਂ ਸਿਰਿਓਂ ਪਰਿਭਾਸ਼ਿਤ ਕਰੀ ਇਹ ਸਭ ਕੁਝ। ਇਸ ਗੀਤਕਾਰ ਨੂੰ ਖਤ ਲਿਖਦੇ ਹੋਏ ਅਖੀਰ 'ਚ ਇਹਨਾਂ ਨੇ ਲਿਖਿਆ, ਕਹਿੰਦੇ ਜੇ ਤੂੰ ਇੱਦਾਂ ਨਾ ਕੀਤਾ ਤਾਂ ਫਿਰ ਤੇਰੀਆਂ ਧੀਆਂ ਦੀ ਸੋ ਕਾਲਡ ਬੇਵਫਾਈ, ਉਹਨਾਂ ਦੇ ਧੋਖੇ ਤੇ ਫਰੇਬ ਤੇਰੇ ਵਰਗੇ ਹੋਰ ਗੀਤਕਾਰ ਪੈਦਾ ਕਰੇਗੀ। ਦੇਖ, ਇਸ ਤਰ੍ਹਾਂ ਨਾ ਹੋਣ ਦੇਈ। ਵੈਸੇ ਵੀ ਤੂੰ ਕਦ ਚਾਹੁੰਦਾ ਹੈ ਕਿ ਕੋਈ ਹੋਰ ਗੀਤਕਾਰ ਹੋਵੇ ਤੇਰੇ ਮੁਕਾਬਲੇ 'ਤੇ ਜਾਂ ਤੇਰੀ ਹਾਣ ਦਾ? ਤੂੰ ਚੋਟੀ ਦੇ ਗੀਤਕਾਰ ਦਾ ਸਥਾਨ ਨਹੀਂ ਗਵਾਉਣਾ ਚਾਹੇਗਾ। ਇਸ ਲਈ ਆਪਣੀਆਂ ਧੀਆਂ ਨੂੰ ਹੁਣ ਪਿਆਰ, ਧੋਖਾ, ਬੇਵਫਾਈ ਦੇ ਨਵੇਂ ਅਰਥ ਸਮਝਾਈ। ਇਸੇ 'ਚ ਤੇਰੀ ਤੇ ਉਹਨਾਂ ਦੀ ਭਲਾਈ ਹੈ। ਚੰਗਾ, ਮਸ਼ਹੂਰੀ ਮਾਣਦਾ ਰਹੀ। ਅਖੀਰ 'ਚ ਲਿਖਿਆ ਇਹਨਾਂ ਨੇ ਕਿ ਚੰਗਾ ਹੋਇਆ ਮੈਂ ਤੇਰੀ ਨਾ ਹੋ ਸਕੀ। ਬਹੁਤ ਬਹੁਤ ਸ਼ੁਕਰੀਆ ਜੀ ਇਸ ਚਿੱਠੀ ਨੂੰ ਲਿਖਣ ਦੇ ਲਈ। ਧੰਨਵਾਦ ਤੁਹਾਡਾ। ਇਹ ਇੱਕ ਪੰਜਾਬੀ ਦੇ ਕਿਸੇ ਪ੍ਰਸਿੱਧ ਗੀਤਕਾਰ ਦਾ ਇਹਨਾਂ ਨੇ ਜ਼ਿਕਰ ਕੀਤਾ। ਮੈਨੂੰ ਨਹੀਂ ਪਤਾ, ਮੈਨੂੰ ਖਿਆਲ ਨਹੀਂ ਹੈ ਕਿ ਕਿਹਨਾਂ ਲਈ ਇਹ ਚਿੱਠੀ ਲਿਖੀ ਗਈ ਹੈ। ਇੰਨਾ ਜ਼ਰੂਰ ਉਹਨਾਂ ਨੇ ਕਿਹਾ ਕਿ ਹਾਂ, ਮੈਂ ਕਿਸੇ ਸਮੇਂ ਉਸ ਗੀਤਕਾਰ ਦੀ ਮਹਿਬੂਬਾ ਰਹੀ ਹਾਂ। ਇਹਨਾਂ ਦੀ ਇਸ ਚਿੱਠੀ ਨੇ ਕਈ ਖਿਆਲ ਮੇਰੇ ਮਨ ਦੇ ਵਿੱਚ ਉਪਜਾਏ ਅਤੇ ਕਈ ਸਵਾਲ ਵੀ ਪੈਦਾ ਕੀਤੇ ਕਿ ਸਾਡੇ ਡਬਲ ਸਟੈਂਡਰਡਸ ਹੁੰਦੇ ਨੇ। ਕਈ ਵਾਰ ਡਬਲ ਤੋਂ ਵੀ ਵੱਧ ਸਟੈਂਡਰਡਸ ਹੁੰਦੇ ਨੇ। ਜਿਹੜੀ ਚੀਜ਼ ਸਾਨੂੰ ਸੂਟ ਕਰਦੀ ਆ, ਅਸੀਂ ਸ਼ਬਦਾਂ ਦੇ ਅਰਥ ਉਸੇ ਹਿਸਾਬ ਦੇ ਨਾਲ ਕੱਢ ਲੈਂਦੇ ਹਾਂ। ਜਦੋਂ ਸਾਨੂੰ ਸੂਟ ਨਹੀਂ ਕਰਦੀ ਚੀਜ਼, ਅਸੀਂ ਫਿਰ ਸ਼ਬਦਾਂ ਦੇ ਅਰਥ ਬਦਲ ਦਿੰਦੇ ਹਾਂ। ਅਸੀਂ ਕਦੇ ਦੂਸਰੇ ਦਾ ਐਂਗਲ ਦੇਖਣ ਦੀ, ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਚਿੱਠੀ ਦੇ ਵਿੱਚ ਵੀ ਇਹਨਾਂ ਨੇ ਆਪਣਾ ਨਜ਼ਰੀਆ ਪੇਸ਼ ਕੀਤਾ ਅਤੇ ਕੁਝ ਸਵਾਲ ਸਾਡੇ ਸੋਚਣ ਦੇ ਲਈ ਵੀ ਛੱਡੇ ਨੇ। ਬਹੁਤ ਬਹੁਤ ਸ਼ੁਕਰੀਆ ਇਸ ਚਿੱਠੀ ਲਿਖਣ ਦੇ ਲਈ ਜੀ। ਅਤੇ ਹੁਣ ਅਗਲੀ ਇੱਕ ਜਿਹੜੀ ਚਿੱਠੀ ਹੈ, ਇਹ ਵੀ ਬੜੀ ਪਿਆਰੀ ਚਿੱਠੀ ਹੈ। ਬਿਲਕੁਲ ਡਿਫਰੈਂਟ ਸਬਜੈਕਟ ਹੈ, ਬਿਲਕੁਲ ਡਿਫਰੈਂਟ ਸਬਜੈਕਟ। ਜਿਵੇਂ ਮੈਂ ਕਹਿੰਦੀ ਕਿ ਕੁਝ ਪੋਜ਼ੀਟਿਵ ਫੀਲਿੰਗਸ ਹੁੰਦੀਆਂ, ਕੁਝ ਨੈਗੇਟਿਵ ਫੀਲਿੰਗਸ ਹੁੰਦੀਆਂ, ਪਰ ਸਾਨੂੰ ਇਜ਼ਹਾਰ ਦਾ ਮੌਕਾ ਨਹੀਂ ਮਿਲਦਾ। ਸਾਡੇ ਮਨ ਦੇ ਵਿੱਚ ਇਹ ਚੀਜ਼ ਲਗਾਤਾਰ ਚੱਲਦੀ ਰਹਿੰਦੀ ਹੈ ਕਿ ਕਿਤੇ ਸਾਨੂੰ ਉਹ ਬੰਦਾ ਟੱਕਰੇਗਾ, ਉਹਦੇ ਨਾਲ ਇਹ ਗੱਲਾਂ ਹੋਣਗੀਆਂ। ਪਰ ਕਈ ਵਾਰੀ ਉਮਰ ਹੀ ਇਸ ਤਰ੍ਹਾਂ ਲੰਘ ਜਾਂਦੀ ਹੈ, ਸਾਨੂੰ ਉਹ ਇਨਸਾਨ ਦੁਬਾਰਾ ਮਿਲਦਾ ਹੀ ਨਹੀਂ, ਗੁਆਚ ਜਾਂਦਾ ਦੁਨੀਆ ਦੀ ਭੀੜ ਦੇ ਵਿੱਚ। ਇਸੇ ਤਰ੍ਹਾਂ ਇਹ ਜਿਹੜੀ ਚਿੱਠੀ ਹੈ, ਇਹ ਇੱਕ ਵਿਅਕਤੀ ਨੇ ਲਿਖੀ ਹੈ ਜਿਨ੍ਹਾਂ ਨੇ ਆਪਣਾ ਰੈਫਰੈਂਸ ਲਿਖਿਆ। ਕਹਿੰਦੇ ਮੈਂ ਕਈ ਸਾਲਾਂ ਤੋਂ ਕੈਨੇਡਾ ਵਿੱਚ ਵੈਲ ਸੈਟਲਡ ਹਾਂ। ਬਹੁਤ ਸਾਲ ਪਹਿਲਾਂ ਆਪਣੇ ਪਿੰਡ ਦੇ ਵਿੱਚ ਸਕੂਲ 'ਚ ਪੜ੍ਹਾਉਂਦੇ ਰਹੇ ਅੰਗਰੇਜ਼ੀ ਦੇ ਟੀਚਰ ਨੂੰ ਮੈਂ ਇਹ ਚਿੱਠੀ ਲਿਖੀ ਹੈ। ਸੋ ਇਹਨਾਂ ਦਾ ਇਹ ਨਜ਼ਰੀਆ ਕੀ ਹੈ, ਇਹਨਾਂ ਨੇ ਆਪਣੇ ਉਸ ਕਿਸੇ ਸਮੇਂ ਅੰਗਰੇਜ਼ੀ ਦੇ ਟੀਚਰ ਰਹੇ ਵਿਅਕਤੀ ਨੂੰ ਕਿਉਂ ਚਿੱਠੀ ਲਿਖੀ ਹੈ, ਇਹਦੇ ਵਿੱਚ ਖੋਲ੍ਹ ਕੇ ਲਿਖਿਆ।
ਸੰਬੋਧਨ ਕੀਤਾ, ਕਹਿੰਦੇ ਮੇਰੇ ਪਿਆਰੇ ਅੰਗਰੇਜ਼ੀ ਵਾਲੇ ਭੈਣ ਜੀ। ਤੁਹਾਨੂੰ ਯਾਦ ਹੋਣਾ ਕਿ ਕਿਸੇ ਸਮੇਂ ਆਪਾਂ ਸਿਰਫ ਭੈਣ ਜੀ ਹੀ ਕਿਹਾ ਕਰਦੇ ਸੀ। ਇਹ ਮੈਡਮ ਵਾਲਾ ਰਿਵਾਜ ਬਾਅਦ 'ਚ ਆਇਆ। ਉਸ ਸਮੇਂ ਦੀ ਇਹ ਗੱਲ ਕਰ ਰਿਹਾ ਜਦੋਂ ਭੈਣ ਜੀ ਕਿਹਾ ਜਾਂਦਾ ਸੀ। ਮੇਰੇ ਪਿਆਰੇ ਅੰਗਰੇਜ਼ੀ ਵਾਲੇ ਭੈਣ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਤਕਰੀਬਨ 15 ਕੁ ਸਾਲ ਪਹਿਲਾਂ ਮੈਂ ਵਿਆਹ ਕਰਾ ਕੇ ਕੈਨੇਡਾ ਆ ਗਿਆ ਸਾਂ। ਮੈਂ 1986 ਵਿੱਚ ਜਦੋਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦਾ ਸੀ। ਤੁਸੀਂ ਮੇਰੇ ਅੰਗਰੇਜ਼ੀ ਦੇ ਭੈਣ ਜੀ ਹੋਇਆ ਕਰਦੇ ਸੀ। ਮੈਂ ਤੁਹਾਨੂੰ ਕਦੇ ਨਹੀਂ ਭੁੱਲ ਸਕਿਆ। ਅੱਜ ਮੈਂ ਇਹ ਚਿੱਠੀ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਜੇ ਮੈਂ ਕੈਨੇਡਾ ਵਿੱਚ ਕਾਮਯਾਬ ਹੋਇਆ ਹਾਂ ਤਾਂ ਇਸ ਪਿੱਛੇ ਤੁਹਾਡਾ ਵੱਡਾ ਹੱਥ ਹੈ। ਬਹੁਤ ਪੋਜ਼ੀਟਿਵ ਨੋਟ 'ਤੇ ਇਹਨਾਂ ਨੇ ਇਹ ਚਿੱਠੀ ਲਿਖੀ ਹੈ। ਤੁਹਾਡੇ ਵਿੱਚੋਂ ਵੀ ਕਈ ਮਹਿਸੂਸ ਕਰਦੇ ਹੋਣਗੇ, ਆਪਣੇ ਟੀਚਰਸ ਨੂੰ ਯਾਦ ਕਰਦੇ ਹੋਵੋਗੇ ਕਿ ਕਿਹੜੀ ਗੱਲ ਤੋਂ ਤੁਹਾਡੇ ਟੀਚਰਸ ਨੇ ਤੁਹਾਨੂੰ ਤਾੜਨਾ ਕੀਤੀ ਸੀ ਜਾਂ ਤੁਹਾਨੂੰ ਸਿਖਾਇਆ ਸੀ। ਉਹ ਗੱਲਾਂ ਉਮਰ ਭਰ ਕੰਮ ਆਉਂਦੀਆਂ ਨੇ, ਯਾਦ ਵੀ ਆਉਂਦੇ ਨੇ ਉਹ ਟੀਚਰਸ, ਪਰ ਪਤਾ ਨਹੀਂ ਉਹ ਕਿੱਥੇ ਹੋਣਗੇ। ਖੈਰ, ਇਹਨਾਂ ਨੇ ਜਿਹੜੀ ਚਿੱਠੀ ਲਿਖੀ ਉਹ 'ਚ ਅੱਗੇ ਲਿਖ ਰਿਹਾ, ਕਹਿੰਦੇ ਬਚਪਨ ਵਿੱਚ ਮੈਨੂੰ ਅੰਗਰੇਜ਼ੀ ਤੋਂ ਬਹੁਤ ਡਰ ਲੱਗਦਾ ਸੀ। ਬਹੁਤਿਆਂ ਦਾ ਇਹ ਹਾਲ ਹੁੰਦਾ ਸੀ, ਇਹਨਾਂ ਦਾ ਇਕੱਲਿਆਂ ਦਾ ਹਾਲ ਨਹੀਂ ਸੀ। 6ਵੀਂ 'ਚ ABC ਵੀ ਤੁਹਾਤੋਂ ਸਿੱਖੀ ਸੀ। ਤੁਸੀਂ ਇੰਨੇ ਵਧੀਆ ਢੰਗ ਨਾਲ ਅੰਗਰੇਜ਼ੀ ਪੜ੍ਹਾਈ ਕਿ ਡਰ ਤਾਂ ਚੁੱਕਿਆ ਹੀ ਗਿਆ। ਹੋਰ ਤਾਂ ਹੋਰ, ਮੈਂ ਬਾਕੀ ਮੁੰਡਿਆਂ ਨੂੰ ਵੀ ਅੰਗਰੇਜ਼ੀ ਸਿਖਾਉਣੀ ਸ਼ੁਰੂ ਕਰ ਦਿੱਤੀ। ਤੁਹਾਨੂੰ ਅੰਗਰੇਜ਼ੀ ਸਿਖਾਉਣ ਦਾ ਐਡਾ ਚਾਅ ਹੁੰਦਾ ਸੀ ਕਿ 7ਵੀਂ ਜਮਾਤ ਵਿੱਚ ਹੀ ਸਾਨੂੰ ਤੁਸੀਂ ਸਾਰੇ ਟੈਂਸ ਸਿਖਾ ਦਿੱਤੇ, ਜਦ ਕਿ ਉਹ ਤਾਂ 7ਵੀਂ ਦੇ ਸਿਲੇਬਸ ਵਿੱਚ ਵੀ ਨਹੀਂ ਸਨ। ਮੈਂ ਹੈਰਾਨ ਸਾਂ ਕਿ ਦੂਜੇ ਸੈਕਸ਼ਨਸ ਵਿੱਚ ਪੜ੍ਹਦੇ ਸਾਡੇ ਨਾਲ ਦੇ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਟੀਚਰਸ ਹਾਲੇ ਡੇਜ਼ ਆਫ ਦਾ ਵੀਕ ਅਤੇ ਫਲਾਂ ਸਬਜ਼ੀਆਂ ਦੇ ਨਾਂ ਅੰਗਰੇਜ਼ੀ ਦੇ ਵਿੱਚ ਸਿਖਾਈ ਜਾ ਰਹੇ ਸਨ। ਜਦ ਮੇਰੇ ਅੰਗਰੇਜ਼ੀ ਦੇ ਨੰਬਰ 100 ਵਿੱਚੋਂ 96, ਜੀ ਹਾਂ 96 ਹੀ ਲਿਖਿਆ, ਜਦੋਂ ਮੇਰੇ ਅੰਗਰੇਜ਼ੀ ਦੇ ਨੰਬਰ 100 ਵਿੱਚੋਂ 96 ਆਏ ਤਾਂ ਤੁਸੀਂ ਬਹੁਤ ਖੁਸ਼ ਹੋਏ, ਸ਼ਾਬਾਸ਼ ਦਿੱਤੀ, ਮੇਰਾ ਬਹੁਤ ਹੌਸਲਾ ਵਧਾਇਆ। ਪਰ ਮੈਨੂੰ ਉਹਨਾਂ 3.5 ਨੰਬਰਾਂ ਦਾ ਦੁੱਖ ਸੀ ਜਿਹੜੇ ਮੇਰੇ 2-3 ਗਲਤੀਆਂ ਕਾਰਨ ਕੱਟੇ ਗਏ ਸਨ। 6ਵੀਂ 7ਵੀਂ ਵਿੱਚ ਵੀ ਤੁਸੀਂ ਮੇਰੀ ਅੰਗਰੇਜ਼ੀ ਵਾਲੀ ਨੀਂਹ ਬਹੁਤ ਮਜ਼ਬੂਤ ਕਰ ਦਿੱਤੀ ਸੀ। ਉਸ ਤੋਂ ਬਾਅਦ ਮੈਨੂੰ ਸ਼ਹਿਰ ਦੇ ਸਕੂਲ 'ਚ ਪੜ੍ਹਨ ਦਾ ਮੌਕਾ ਮਿਲਿਆ, ਪਰ ਤੁਹਾਡੇ ਵਰਗਾ ਅੰਗਰੇਜ਼ੀ ਦਾ ਟੀਚਰ ਨਾ ਮਿਲਿਆ। 8ਵੀਂ ਜਮਾਤ ਦੇ ਸਿਲੇਬਸ ਵਿੱਚ ਟੈਂਸ ਸਿਖਾਏ ਜਾਣੇ ਸੀ। ਨਵਾਂ ਸਕੂਲ, ਨਵੀਂ ਜਮਾਤ, ਨਵਾਂ ਟੀਚਰ ਅਤੇ ਨਵਾਂ ਸਿਲੇਬਸ। ਨਵੇਂ ਟੀਚਰ ਨੇ ਜਿਸ ਢੰਗ ਨਾਲ ਪੜ੍ਹਾਉਣਾ ਕਿਸੇ ਦੇ ਪੱਲੇ ਨਾ ਪੈਣਾ, ਮੇਰੇ ਵੀ ਨਹੀਂ। ਸਾਰੀ ਜਮਾਤ ਦੀ ਚਪੇੜਾਂ ਤੇ ਡੰਡਿਆਂ ਦੇ ਨਾਲ ਸੇਵਾ ਹੋਣੀ, ਪਰ ਮੇਰਾ ਬਚਾਅ ਹੋ ਜਾਂਦਾ ਸੀ ਕਿਉਂਕਿ ਮੈਂ ਤਾਂ ਟੈਂਸ ਤੁਹਾਡੇ ਕੋਲੋਂ 7ਵੀਂ ਵਿੱਚ ਹੀ ਸਿੱਖ ਰਹੇ ਸਨ। ਮੇਰਾ ਕੌਨਫੀਡੈਂਸ ਹੋਰ ਵੱਧਦਾ ਗਿਆ। ਇਹ ਕਾਲਜ ਤੇ ਯੂਨੀਵਰਸਿਟੀ ਜਾਂਦਿਆਂ ਜਾਂਦਿਆਂ ਹੋਰ ਜ਼ਿਆਦਾ ਵੱਧ ਗਿਆ। ਮੈਂ ਅੰਗਰੇਜ਼ੀ ਭਾਸ਼ਾ ਕਾਰਨ ਹੁੰਦੀ ਆਪਣੀ ਹਰ ਪ੍ਰਾਪਤੀ ਵੇਲੇ ਤੁਹਾਨੂੰ ਬਹੁਤ ਯਾਦ ਕਰਦਾ ਹਾਂ। ਮੇਰੇ ਦਿਲ ਦੀਆਂ ਇਹ ਗੱਲਾਂ ਤੁਹਾਡੇ ਤੱਕ ਮੈਂ ਪਹੁੰਚਾ ਨਾ ਸਕਿਆ। ਅਤੇ ਅੱਗੇ ਲਿਖ ਰਹੇ ਨੇ, ਕਹਿੰਦੇ ਮੇਰਾ ਬੜਾ ਦਿਲ ਕਰਦਾ ਕਿ ਮੈਂ ਤੁਹਾਨੂੰ ਦਿਲੋਂ ਧੰਨਵਾਦ ਦੇ ਸ਼ਬਦ ਕਹਿ ਸਕਾਂ। ਅੱਜ ਤੁਸੀਂ ਪਤਾ ਨਹੀਂ ਕਿੱਥੇ ਹੋ, ਪਰ ਮੈਂ ਇਸ ਚਿੱਠੀ ਰਾਹੀਂ ਇਹ ਭਾਵਨਾਵਾਂ ਸਾਂਝੀਆਂ ਕਰ ਰਿਹਾ ਹਾਂ ਕਿ ਚੰਗੇ ਅਧਿਆਪਕ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਮੈਂ ਬਹੁਤ ਸਾਰੇ ਮੁੰਡਿਆਂ ਨੂੰ ਜਾਣਦਾ ਹਾਂ ਜਿਹੜੇ ਮਾੜੇ ਟੀਚਰ ਜਾਂ ਫਿਰ ਟੀਚਰ ਦੇ ਮਾੜੇ ਰਵੱਈਏ ਕਰਕੇ ਸਕੂਲ ਹੀ ਛੱਡ ਗਏ। ਉਹਨਾਂ ਨੇ ਪੜ੍ਹਾਈ ਪੂਰੀ ਹੀ ਨਾ ਕੀਤੀ। ਅਤੇ ਅਖੀਰ 'ਚ ਲਿਖ ਰਹੇ ਨੇ, ਕਹਿੰਦੇ ਮੈਂ ਅੱਜ ਕੱਲ੍ਹ ਇੰਡੀਆ ਵਿੱਚ ਅੰਗਰੇਜ਼ੀ ਸਿਖਾਉਣ ਦੇ ਨਾਂ 'ਤੇ ਖੁੱਲ੍ਹੀਆਂ ਦੁਕਾਨਾਂ ਦੀ ਭਰਮਾਰ ਦੇਖ ਕੇ ਅਕਸਰ ਹੈਰਾਨ ਹੁੰਦਾ ਹਾਂ। ਇਹ ਨਵੇਂ ਬੱਚੇ 12ਵੀਂ ਕਲਾਸ ਪੜ੍ਹ ਕੇ ਫਿਰ ਅੰਗਰੇਜ਼ੀ ਦੀਆਂ ਦੁਕਾਨਾਂ 'ਤੇ ਅੰਗਰੇਜ਼ੀ ਸਿੱਖਣ ਤੁਰੇ ਹੋਏ ਨੇ। ਮਾਪਿਆਂ ਦੇ ਲੱਖਾਂ ਖਰਚ ਕੇ ਅੰਗਰੇਜ਼ੀ ਦੀ ਪੜ੍ਹਾਈ ਖਰੀਦਣ ਤੁਰ ਪੈਂਦੇ ਨੇ। ਇਹਨਾਂ ਨਵੀਂ ਪੀੜ੍ਹੀ ਦੇ ਸਟੂਡੈਂਟਸ 'ਤੇ ਤਰਸ ਆਉਂਦਾ ਹੈ। ਅੰਗਰੇਜ਼ੀ ਤਾਂ ਛੱਡੋ, ਪੰਜਾਬੀ ਵੀ ਨਹੀਂ ਆਉਂਦੀ ਚੱਜ ਨਾਲ। ਪਰ ਇਹਨਾਂ ਦਾ ਵੀ ਕੀ ਕਸੂਰ? ਇਹਨਾਂ ਨੇ ਸਵਾਲ ਉਠਾਇਆ, ਕਹਿੰਦੇ ਕਿ ਇਹਨਾਂ ਦਾ ਵੀ ਕੀ ਕਸੂਰ? ਮੈਨੂੰ ਯਕੀਨ ਹੈ ਕਿ ਤੁਹਾਡੇ ਵਰਗੇ ਟੀਚਰ ਜੇ ਇਹਨਾਂ ਨੂੰ ਮਿਲੇ ਹੁੰਦੇ ਤਾਂ ਆਹ ਹਾਲ ਨਾ ਹੁੰਦਾ। ਬਹੁਤ ਦੁੱਖ ਹੁੰਦਾ। ਅੰਗਰੇਜ਼ੀ ਸਿਖਾਉਣ ਲਈ, ਆਇਲੈਟਸ ਕਰਾਉਣ ਲਈ ਮਾਪੇ ਕਰਜ਼ਾਈ ਹੋ ਰਹੇ ਨੇ ਅੱਜ ਕੱਲ੍ਹ। ਅਤੇ ਮੈਂ ਇਸ ਹਾਲਤ ਦੇ ਵਿੱਚ ਤੁਹਾਨੂੰ ਯਾਦ ਕਰ ਰਿਹਾ ਹਾਂ। ਭੈਣ ਜੀ, ਮੇਰਾ ਇਹ ਚਿੱਠੀ ਲਿਖਣ ਦਾ ਮਕਸਦ ਤੁਹਾਡਾ ਧੰਨਵਾਦ ਕਰਨਾ ਹੈ। ਰੱਬ ਕਰੇ ਹਰੇਕ ਨੂੰ ਤੁਹਾਡੇ ਵਰਗਾ ਟੀਚਰ ਮਿਲੇ। ਮੈਂ ਆਪਣੇ ਬੱਚਿਆਂ ਨੂੰ ਅਕਸਰ ਤੁਹਾਡੀਆਂ ਗੱਲਾਂ ਸੁਣਾਉਂਦਾ ਹਾਂ। ਖੁਸ਼ਕਿਸਮਤੀ ਦੇ ਨਾਲ ਉਹਨਾਂ ਦੇ ਟੀਚਰ ਬਹੁਤ ਵਧੀਆ ਹਨ, ਪਰ ਤੁਹਾਡੀ ਗੱਲ ਹੀ ਹੋਰ ਸੀ। ਮੈਂ ਤੁਹਾਡਾ ਹਮੇਸ਼ਾ ਰਿਣੀ ਰਿਹਾ ਹਾਂ ਅਤੇ ਰਿਣੀ ਰਹਾਂਗਾ। ਚੰਗਾ ਜੀ, ਸਤਿ ਸ੍ਰੀ ਅਕਾਲ।
ਇਹ ਫਰਜ਼ੀ ਨਾਮ ਇਹਨਾਂ ਦਾ ਹੈ ਜੀ ਗੁਰਮੁਖ ਸਿੰਘ, ਅਸਲੀ ਨਾਮ ਇਹਨਾਂ ਦਾ ਮੈਂ ਲੁਕੋ ਲਿਆ ਹੈ। ਖੈਰ, ਤੁਹਾਡੇ ਮਨ ਦੇ ਵਿੱਚ ਜਦੋਂ ਇਹ ਤੁਸੀਂ ਚਿੱਠੀ ਸੁਣ ਰਹੇ ਸੀ, ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਹੋਣਗੀਆਂ। ਕੁਝ ਇਹਨਾਂ ਨੇ ਆਪਣੇ ਖਿਆਲਾਤ ਦੱਸੇ ਨੇ ਕਿ ਟੀਚਰ ਕਿਹੋ ਜਿਹੇ ਹੋਇਆ ਕਰਦੇ ਸੀ। ਜਦੋਂ ਵਧੀਆ ਟੀਚਰ ਮਿਲ ਜਾਂਦਾ ਉਦੋਂ ਇੱਕ ਤਰ੍ਹਾਂ ਸਾਡੀ ਨੀਂਹ ਬਣ ਜਾਂਦੀ ਹੈ। ਸਾਰੀ ਉਮਰ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ। ਪਰ ਆਹ ਵੀ ਗੱਲ ਬਹੁਤ ਇਹਨਾਂ ਨੇ ਸੱਚੀ ਲਿਖੀ ਆ। ਮੈਂ ਵੀ ਆਪਣੇ ਅੱਖੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਦੇਖੀਆਂ ਹੋਈਆਂ ਕਿ ਜਦੋਂ ਚੰਗਾ ਟੀਚਰ ਨਹੀਂ ਸੀ ਮਿਲਦਾ, ਕਈ ਵਾਰੀ ਬੱਚੇ ਸਕੂਲ ਛੱਡ ਕੇ ਭੱਜ ਜਾਂਦੇ ਸੀ, ਪੜ੍ਹਾਈ ਛੱਡ ਦਿੰਦੇ ਸੀ। ਭਾਵੇਂ ਅੱਜ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ ਹੁੰਦਾ, ਪਰ ਸਵਾਲ ਉੱਥੇ ਆ ਗਿਆ ਜਿੱਥੇ ਇਹਨਾਂ ਨੇ ਅਖੀਰ 'ਚ ਪੁੱਛੀ ਇਹ ਗੱਲ ਕਿ ਕਸੂਰਵਾਰ ਕੌਣ ਹੈ। ਸਿਸਟਮ 'ਤੇ ਸਵਾਲ ਉਠਾਏ ਨੇ ਇਹਨਾਂ ਨੇ, ਐਜੂਕੇਸ਼ਨ ਸਿਸਟਮ 'ਤੇ ਸਵਾਲ ਉਠਾਏ ਨੇ, ਜਾਂ ਈਵਨ ਹੋ ਸਕਦਾ ਹੈ ਸਾਡੀ ਜਿਹੜੀ ਪੇਰੈਂਟਿੰਗ ਦਾ ਸਟਾਈਲ ਹੈ ਉਹਦੇ 'ਤੇ ਵੀ ਕੁਝ ਕੁਐਸਚਨ ਉੱਠੇ ਨੇ। ਸ਼ੁਕਰੀਆ ਗੁਰਮੁਖ ਸਿੰਘ ਜੀ ਇਸ ਚਿੱਠੀ ਨੂੰ ਲਿਖਣ ਦੇ ਲਈ, ਸਾਡੇ ਨਾਲ ਸਾਂਝੀ ਕਰਨ ਦੇ ਲਈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਡੇ ਉਹ ਜਿਹੜੇ ਟੀਚਰ ਨੇ ਅੰਗਰੇਜ਼ੀ ਦੇ, ਜਿੱਥੇ ਕਿਤੇ ਵੀ ਹੋਣਗੇ, ਰੱਬ ਕਰੇ ਕਿ ਇਹ ਚਿੱਠੀ, ਇਹ ਸੁਨੇਹਾ ਕਿਸੇ ਢੰਗ ਨਾਲ ਉਹਨਾਂ ਤੱਕ ਪਹੁੰਚੇ, ਜਾਂ ਤੁਹਾਡੇ ਟੀਚਰ ਵਰਗੇ ਹੋਰ ਜਿਹੜੇ ਬਹੁਤ ਸਾਰੇ ਟੀਚਰਸ ਜਿਨ੍ਹਾਂ ਦੇ ਸਟੂਡੈਂਟ ਇੰਨੇ ਸਾਲਾਂ ਬਾਅਦ 20-25 ਸਾਲਾਂ ਬਾਅਦ ਵੀ ਉਹਨਾਂ ਨੂੰ ਯਾਦ ਕਰ ਰਹੇ ਨੇ, ਇਹ ਸੁਨੇਹਾ ਉਹਨਾਂ ਚੰਗੇ ਟੀਚਰਸ ਤੱਕ ਪਹੁੰਚੇ ਅਤੇ ਕੁਝ ਉਹ ਟੀਚਰਸ ਜਿਹੜੇ ਨਵੀਂ ਪੀੜ੍ਹੀ ਦੇ ਨੇ ਜਾਂ ਅੱਜ ਕੱਲ੍ਹ ਦੇ ਟੀਚਰਸ ਨੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਪਿਛਲੇ ਜ਼ਮਾਨੇ ਦੇ ਵਿੱਚ ਟੀਚਰਸ ਦੀ ਕੀ ਅਹਿਮੀਅਤ ਹੁੰਦੀ ਸੀ। ਖੈਰ, ਕਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਕਿ ਆਈਡੀਅਲਿਸਟਿਕ ਲੱਗਦੀਆਂ ਸਾਨੂੰ ਲੱਗਦਾ ਕਿ ਨਹੀਂ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਉਹਨਾਂ ਦੇ ਵਿੱਚੋਂ ਇੱਕ ਚੀਜ਼ ਇਹ ਵੀ ਹੈ, ਜਿਹੜੀ ਅਸੀਂ ਚਿੱਠੀਆਂ ਦੀ ਗੱਲ ਕਰ ਰਹੇ ਹਾਂ ਕਿ ਸ਼ਾਇਦ ਚਿੱਠੀਆਂ ਪੋਸੀਬਲ ਨਹੀਂ ਹੈ, ਪਰ ਤੁਹਾਡੇ ਸਾਹਮਣੇ ਆ, ਚਿੱਠੀਆਂ ਪੋਸੀਬਲ ਹੋ ਰਹੀਆਂ ਨੇ। ਮੈਨੂੰ ਵੀ ਇੰਤਜ਼ਾਰ ਰਹੇਗਾ ਤੁਹਾਡੀਆਂ ਅਣਲਿਖੀਆਂ ਚਿੱਠੀਆਂ ਦਾ। ਜੇ ਹਾਲੇ ਤੱਕ ਤੁਸੀਂ ਨਹੀਂ ਲਿਖੀ ਚਿੱਠੀ, ਜ਼ਰੂਰ ਲਿਖੋ, ਆਪਣੇ ਮਨ ਦੇ ਖਿਆਲ ਸਾਂਝੇ ਕਰੋ। ਚਿੱਠੀ ਭੇਜਣੀ ਹੈ ਸਿਰਫ ਤੇ ਸਿਰਫ ਤੁਸੀਂ ਦੋ ਤਰੀਕਿਆਂ ਦੇ ਨਾਲ। ਮੈਨੂੰ ਈਮੇਲ ਕਰ ਸਕਦੇ ਹੋ navjotdillonwal@gmail.com, ਜਾਂ ਫਿਰ ਦੂਸਰਾ ਤਰੀਕਾ ਉਹੀ ਹੈ WhatsApp ਦਾ ਨੰਬਰ 17787129,000। ਇੰਤਜ਼ਾਰ ਕਰਾਂਗੀ ਤੁਹਾਡੀਆਂ ਚਿੱਠੀਆਂ ਦਾ। ਅਖੀਰ 'ਚ ਇੱਕ ਸੁਨੇਹਾ ਤੁਹਾਡੇ ਲਈ, ਇੱਕ ਤਾਕੀਦ ਹੋਰ, ਕਿ ਜੇ ਕੋਈ ਚਿੱਠੀ ਚੰਗੀ ਲੱਗਦੀ ਹੈ, ਖਿਆਲਾਤ ਚੰਗੇ ਲੱਗਦੇ ਨੇ, ਉਹਨੂੰ ਸ਼ੇਅਰ ਕਰੋ, ਕਮੈਂਟ ਕਰੋ, ਫੀਡਬੈਕ ਦਿਓ, ਮੇਰੇ ਲਈ ਭੇਜੋ, ਲਿਖਣ ਵਾਲਿਆਂ ਨੂੰ ਉਤਸ਼ਾਹਿਤ ਕਰੋ, ਹੌਸਲਾ ਵੱਧਦਾ ਹੈ। ਉਹਦੇ ਨਾਲ ਇਹ ਹੈ, ਮਕਸਦ ਇਹ ਹੈ ਚਿੱਠੀਆਂ ਦਾ ਕਿ ਸਾਡੀ ਕਮਿਊਨੀਕੇਸ਼ਨ ਆਪਸ ਦੇ ਵਿੱਚ ਹੋਰ ਮਜ਼ਬੂਤ ਹੋਵੇ। ਤੇਜ਼ ਨਹੀਂ, ਜਿਹਦੀ ਮੈਂ ਪਹਿਲਾਂ ਗੱਲ ਕੀਤੀ ਸੀ, ਫਾਸਟ ਅਸੀਂ ਕਮਿਊਨੀਕੇਸ਼ਨ ਜ਼ਰੂਰ ਕਰ ਰਹੇ ਹਾਂ, ਪਰ ਡੀਪ ਕਮਿਊਨੀਕੇਸ਼ਨ, ਸਟਰੋਂਗ ਕਮਿਊਨੀਕੇਸ਼ਨ, ਉਹ ਮਕਸਦ ਹੈ। ਇਸੇ ਕਰਕੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜੇ ਪਹਿਲੀਆਂ ਚਿੱਠੀਆਂ ਤੁਹਾਡੇ ਕੋਲੋਂ ਮਿਸ ਹੋ ਗਈਆਂ ਨੇ, ਉਹ ਜਿਹੜੇ ਸ਼ੋਜ਼ ਨੇ, ਉਹ ਸੈਗਮੈਂਟਸ ਨੇ, ਉਹ ਵੀ ਜ਼ਰੂਰ ਦੇਖੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬਾਕੀਆਂ ਨੂੰ ਵੀ ਜੇ ਗੱਲ ਚੰਗੀ ਲੱਗਦੀ ਹੈ, ਤੁਸੀਂ ਉਹਨਾਂ ਨੂੰ ਵੀ ਅੱਗੇ ਇਹ ਮੈਸੇਜ ਦੇ ਸਕਦੇ ਹੋ। ਸ਼ੇਅਰ ਵੀ ਕਰਿਆ ਕਰੋ, ਕਮੈਂਟ ਵੀ ਜ਼ਰੂਰ ਕਰਿਆ ਕਰੋ। ਉਹਦੇ ਨਾਲ ਫੀਡਬੈਕ ਮੇਰੇ ਤੱਕ ਪਹੁੰਚਦੀ ਹੈ, ਬਾਕੀਆਂ ਤੱਕ ਪਹੁੰਚਦੀ ਹੈ। ਇਸੇ ਤਾਕੀਦ ਦੇ ਨਾਲ ਕਿ ਚਿੱਠੀਆਂ ਲਿਖਦੇ ਰਹਿਣਾ, ਉਹ ਚਿੱਠੀਆਂ ਜਿਨ੍ਹਾਂ ਦਾ ਨਾਮ ਹੈ ਚਿੱਠੀਆਂ ਅਣਲਿਖੀਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।